ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਡੇ ਟੂ ਡੇ ਨਿਊਜ਼ ਇੰਡੀਆ। ਮੈਂ ਤੁਹਾਡੇ ਨਾਲ ਦੀਵਾਨਸ਼ੂ। ਅੱਜ ਦੀ ਵੱਡੀ ਰਾਜਨੀਤਿਕ ਖਬਰ ਸਾਹਮਣੇ ਆਈ ਹੈ, ਜਿੱਥੇ ਮਾਨਯੋਗ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਸਾਬਕਾ ਆਮ ਆਦਮੀ ਪਾਰਟੀ ਦੇ ਨੇਤਾ ਐਚ.ਐਸ. ਫੁਲਕਾ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਇਹ ਫੈਸਲਾ ਸਿਰਫ ਇੱਕ ਪਾਰਟੀ ਬਦਲਣ ਦਾ ਨਹੀਂ, ਸਗੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੇ ਮੋੜ ਵਜੋਂ ਦੇਖਿਆ ਜਾ ਰਿਹਾ ਹੈ। ਦਿੱਲੀ ਦੇ ਵਿੱਚ ਹੋਏ ਇੱਕ ਸਮਾਗਮ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਚ.ਐਸ. ਫੁਲਕਾ ਨੂੰ ਭਾਜਪਾ ਦਾ ਪਟਕਾ ਪਹਿਨਾ ਕੇ ਪਾਰਟੀ ਦੇ ਵਿੱਚ ਸਵਾਗਤ ਕੀਤਾ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਰਹੇ। ਇਸ ਸਮਾਗਮ ਨੂੰ ਰਾਜਨੀਤਿਕ ਤੌਰ ਤੇ ਕਾਫੀ ਜ਼ਿਆਦਾ ਮਹੱਤਵਪੂਰਨ ਅਤੇ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਐਚ.ਐਸ. ਫੁਲਕਾ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਉਹ ਦਿਖਾਉਣ ਵਾਲੇ ਦੰਦ ਹੋਰ ਹਨ ਅਤੇ ਖਾਣ ਵਾਲੇ ਹੋਰ। ਉਹਨਾਂ ਦੱਸਿਆ ਕਿ ਉਹ ਅੰਨਾ ਅੰਦੋਲਨ ਦੌਰਾਨ ਇਸ ਪਾਰਟੀ ਦੇ ਨਾਲ ਜੁੜੇ ਸਨ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਪਾਰਟੀ ਦੇਸ਼ ਦੇ ਵਿੱਚ ਬਦਲਾ ਲਿਆਵੇਗੀ, ਪਰ ਕੁਝ ਸਮੇਂ ਬਾਅਦ ਉਹ ਨਿਰਾਸ਼ ਹੋ ਗਏ ਅਤੇ ਪਾਰਟੀ ਤੋਂ ਦੂਰ ਹੋ ਗਏ। ਫੁਲਕਾ ਨੇ ਪੰਜਾਬ ਦੀ ਮੌਜੂਦਾ ਸਥਿਤੀ ਤੇ ਵੀ ਚਿੰਤਾ ਜਤਾਈ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਠੀਕ ਨਹੀਂ ਹੈ, ਗੈਂਗਸਟਰਵਾਦ ਵੱਧ ਰਿਹਾ ਹੈ, ਕਾਰੋਬਾਰੀਆਂ ਨੂੰ ਫਿਰੌਤੀਆਂ ਦੀਆਂ ਕਾਲਾਂ ਆ ਰਹੀਆਂ ਹਨ ਅਤੇ ਭ੍ਰਿਸ਼ਟਾਚਾਰ ਵੀ ਵੱਧਦਾ ਜਾ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਉਹ ਭਾਜਪਾ ਨੂੰ ਮਜ਼ਬੂਤ ਕਰਕੇ ਆਉਣ ਵਾਲੇ ਸਮਾਂ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ। जो पंजाब का हाल है वो देख के ना दुख होता है और अपने आप को गिल्टी फील करते हैं कि पंजाब में इतना बुरा हाल है, हम साइड पे बैठे हैं। लोगों ने भी कहना शुरू कर दिया ये हालत। अब ये पंजाब में आप देखो, लॉ एंड ऑर्डर की सिचुएशन ले लो, गैंगस्टरवाद ले लो। मेरा ख्याल है कोई ऐसा अच्छा बिजनेसमैन या कोई अच्छा लैंडलॉर्ड नहीं है जिसको फिरौती की कॉल ना ही हो। करप्शन जहां तक हर दफ्तर में ये इनके केजरीवाल का आदमी बैठा है कलेक्शन के लिए, इतनी ज्यादा करप्शन हो गई है, ड्रग्स का बुरा हाल। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੁਲਕਾ ਦੇ ਇਸ ਫੈਸਲੇ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਉਹਨਾਂ ਦੇ ਜਿਹੜੇ ਨੇ ਪੁਰਾਣੇ ਸਾਥੀ ਰਹੇ ਹਨ ਅਤੇ ਉਹਨਾਂ ਨੂੰ ਨਵੀਂ ਪਾਰਟੀ ਦੇ ਲਈ ਸ਼ੁਭਕਾਮਨਾਵਾਂ ਦਿੰਦੇ ਹਨ। ਮਾਨ ਨੇ ਕਿਹਾ ਕਿ ਜਦੋਂ ਲੋਕ ਕਿਸੇ ਨੂੰ ਚੁਣਦੇ ਹਨ ਅਤੇ ਉਹ ਉਸ ਵਿਚਕਾਰ ਹੀ ਜਿਹੜੀ ਹੈ ਅਸਤੀਫੇ ਦੇ ਕੇ ਚਲਾ ਜਾਂਦਾ ਹੈ ਤਾਂ ਇਹ ਲੋਕਤੰਤਰ ਦੇ ਲਈ ਠੀਕ नहीं ਹੁੰਦਾ है। उनको मुबारक ही दे सकता हूँ। जो मैं तो मेरे तो साथी पुराने तो रहे हैं, लेकिन मैं पार्लियामेंट में था, वो विधानसभा में थे। उन्होंने एलओपी से भी इस्तीफा दे दिया था, दाखा विधानसभा से भी इस्तीफा दे दिया था। तो कई बार मतलब अगर चुना हुआ कोई बंदा, लोगों ने चुना, वो बंदा बीच में छोड़ जाए तो लोकतंत्र के लिए अच्छा नहीं होता। मैंने तो ऐसा बंदा दोबारा जीता देखा नहीं। बाकी फुलका साहब को गुड लक। ਐਚ.ਐਸ. ਫੁਲਕਾ ਨੇ ਆਪਣੇ ਜੀਵਨ ਦੇ ਅਨੁਭਵਾਂ ਬਾਰੇ ਵੀ ਜਿਹੜੀ ਹੈ ਖੁੱਲ੍ਹ ਕੇ ਗੱਲ ਕੀਤੀ। ਉਹਨਾਂ ਨੇ 1984 ਦੇ ਦੰਗਿਆਂ ਨੂੰ ਜੋ ਹੈ ਯਾਦ ਕਰਦਿਆਂ ਦੱਸਿਆ ਕਿ ਉਸ ਸਮੇਂ ਉਹਨਾਂ ਦੇ ਘਰ ਦੇ ਹਮਲਾ ਹੋਇਆ ਸੀ ਅਤੇ ਉਹਨਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪੈ ਗਈ ਸੀ। ਉਹਨਾਂ ਦੀ ਪਤਨੀ ਉਸ ਵੇਲੇ ਗਰਭਵਤੀ ਸੀ ਅਤੇ ਇੱਕ ਹਿੰਦੂ ਪਰਿਵਾਰ ਨੇ ਉਹਨਾਂ ਦੀ ਜਾਨ ਬਚਾਈ ਸੀ। ਉਹਨਾਂ ਕਿਹਾ ਕਿ ਜੇ ਉਹ ਮਦਦ ਨਾ ਕਰਦੇ ਤਾਂ ਸ਼ਾਇਦ ਉਹ ਅੱਜ ਜ਼ਿੰਦਾ ਨਾ ਹੁੰਦੇ। पंजाब के एक गांव में मैं पैदा हुआ, वहीं पे परवरिश हुई, वहीं पे मेरी स्कूलिंग हुई। परमात्मा की अकाल पुरख की मेहर हुई कि जहां सुप्रीम कोर्ट में आके वकालत शुरू करी। वो दिन मैं कभी भी भूल नहीं सकता। 2 नवंबर 1984 जब मेरे घर पे हमला हुआ, मेरी वाइफ प्रेग्नेंट थी और उन इधर भाग रही थी इधर उधर मुझे बचाने के लिए। हम फर्स्ट फ्लोर पे रहते थे, सीढ़ियों से मॉब ऊपर आया। हमारे जो लैंडलॉर्ड थे ग्राउंड फ्लोर पे रहते थे, बाहरी परिवार था, हिंदू पंजाबी हिंदू परिवार था और वो बीजेपी के कट्टर सपोर्टर थे। वो मिसेस बाहरी आंटी जी सीढ़ियों में खड़े हो गए मॉब को रोकने के लिए। उतनी देर में उनकी उनकी डॉटर लॉ ने आके हमें भगाया और जाके अपने स्टोर में अंदर लगा के आगे रजाइयां रख के ताला लगाया। अगर वो आंटी बाहरी आंटी उस दिन सीढ़ियों में खड़े होके मॉब को ना रोकते तो मैं आपके सामने ना होता। कसूर क्या था मेरा कि मैं एक सिख था। वो जो दिनों की वो 3 दिनों की आज भी
वो 3 दिनों की जो स्टोरी है, जो भी कोई सिख दिल्ली में था उनको कहो वो 3 दिनों की हालत सुना दें। अगर कोई बिना आंखों में आंसू आए वो 3 दिनों की स्टोरी सुना दे तो फिर कहना, इतना बुरा हाल था। और ये जो पूरा जेनोसाइड नरसिंहार था, ये इंदिरा गांधी ने अपनी लाइफ टाइम में प्लान किया था और ये तो एग्जीक्यूट हुआ उसकी डेथ के बाद, क्योंकि वे मौका देख रहे थे सिखों का कत्लेआम करने का। अगर उसकी मौत ना भी होती उन्होंने फिर भी करना था, फिर भी करना था। और ये जो प्लानिंग उनकी बहुत बड़ी। और उसके बाद क्या किया, पूरी कांग्रेस सरकार ये लग गई एक नरेटिव सेट करने के लिए कि ये तो हिंदू वर्सेस सिख था, तभी रैट नाम दिया गया। पुरी साहब ने जो कहा ना कि रैट तो वो होता है कि ये तो हिंदू वर्सेस सिख था, हिंदुओं को गुस्सा आया तो जाके, मगर ये बिल्कुल झूठ था। ये कांग्रेस पार्टी वर्सेस सिख था। जो कांग्रेस के सपोर्टर थे वो सब सिखों को मारने में थे, चाहे वो मुस्लिम हो चाहे वो क्रिश्चियन हो। मैंने खुद केसेस किया, जजमेंट्स किया जिसमें दुली चांद मोहम्मद अब्बास कट्ठे एक्यूज्ड हैं त्रिलोकपुरी के केसेस में। बहुत से केसेस ऐसे हैं, जितने कांग्रेस के सपोर्टर थे वो सब मारने में थे, जो कांग्रेस के सपोर्टर नहीं थे वो बचाने में लगे हुए थे। सिर्फ मेरे लैंडलॉर्ड नहीं, ऐसे और भी बहुत। रामविलास पासवान जी के घर को आग लगा दी क्योंकि उन्होंने सिखों को पनाह दी अपने घर में, पीछे की दीवार कूद के भागे तो अपनी जान बचाई। प्रकाश चंद पालम के एरिया में अपने नेबर को बचाते हुए उसको मार दिया, क्योंकि सज्जन कुमार ने कहा था जो हिंदू सिखों को पनाह देता उसको मार दो। जहांगीरपुरी में हरी सिंह और उसका भाई गंगाधर, उनको पीट के हरी सिंह को मार दिया, उसको आधा मरा करके छोड़ गए। इसीलिए तो ये हालत थी। और ये वाजपेयी जी की जो बात बताई, वाजपेयी जी के घर के सामने टैक्सी स्टैंड को आग लगाई, वो बाहर आके खुद गइयों को उसको पकाया उन्होंने। यह तक ये जो हालत थी तब उस टाइम की। और ये 17 नवंबर 1984 को वाजपेयी जी ने एक लिस्ट रिलीज की कि 2700 सिखों को दिल्ली में मारा है। ये लिस्ट मदनलाल खुराना जी ने तैयार की। उससे पहले 3 दिन पहले क्या हुआ था, 14 नवंबर को उस टाइम के जो कांग्रेस के होम मिनिस्टर थे उन्होंने स्टेटमेंट दी कि सारे इंडिया में 650 सिख मरे हैं। तो जब इन्होंने 2700 सिखों की लिस्ट रिलीज की, कांग्रेस ने कहा वाजपेयी एंटी नेशनल है और उन्होंने कहा ये टेररिस्ट का साथ दे रहा है। और वाजपेयी जी के पास कुछ लोग आए और उन्होंने कहा कि आप इलेक्शन सर पे है, आप इलेक्शन की सोचो। वो कहते मुझे इलेक्शन की परवाह नहीं, मुझे देश की परवाह, मैं देश की सोचना है, मैंने देश को बचाना है। इलेक्शन तो हर 5 साल बाद आएंगे। और ये पूरे का पूरा नानावती कमीशन का रिकॉर्ड में है, ये पूरी कंप्लीट स्टेटमेंट। और ये खुराना जी जब जैसे बताया, खुराना जी इतने कमिटेड थे। वैसे तो सभी लीडर्स ने, जेटली जी ने भी बहुत हमारा साथ दिया, सुषमा जी ने भी साथ दिया, विजय कुमार मल्होत्रा, सब ने। खुराना जी तो इतने कमिटेड थे इस इशू के, उन्होंने मुख्यमंत्री बनते सार मुझे अपना एडवाइजर लगाया और तब 1995 में HKL भगत को जेल पहुंचाया, वहां ये था। और थ्रू आउट ये बीजेपी ने इस इशू पे थ्रू आउट साथ दिया, क्योंकि दिल्ली की बीजेपी, मैं आपको ये बताऊं, बीजेपी पार्टी वैसे तो मेरा दिल्ली में इनके साथ था, बीजेपी पार्टी इस इशू को ऐसे लड़ी, उनका अपना इशू है इस तरह से। अभी तक रविशंकर प्रसाद जब भी सुप्रीम कोर्ट में मुझे मिलते, शुरू से कहते हैं दूर से हमारा शेर आ गया, क्योंकि इन्होंने ऐसे लड़ाई लड़ी जैसे उनका अपना इशू है और मैं जो लड़ाई लड़ रहा हूं उनकी हेल्प कर रहा हूं। इस तरह की अप्रोच थी इनकी थ्रू आउट। जब बीजेपी ने इतना किया तो मैंने भी पार्टी के लिए अपनी जितना कर सकता था उतना दिया। मैंने पार्टी की लीगल टीम को मैं इनको हेड करता था, बिना कोई पोस्ट लिए, बिना ओहदा लिए। 2003 में जब ये सुप्रीम कोर्ट ने कहा कि नॉमिनेशन के साथ एफिडेविट फिल करने हैं, तब मैं इलेक्शन कमीशन का सीनियर स्टैंडिंग काउंसिल था। खुराना जी ने मुझे कहा, खुराना जी पार्टी प्रेसिडेंट थे,
कि आपने हमारी टीम को गाइड करना है। मैंने इलेक्शन कमीशन से रिजाइन किया और 2003 से लेके 2013 तक दिल्ली में जितने इलेक्शन हुए, चाहे लोकसभा हो, चाहे असेंबली इलेक्शन हो, चाहे वो म्युनिसिपल इलेक्शन हो, तो इनकी जो टीम थी, जो लीगल टीम, वो सबको मैं हेड करता था। मैं सरसा जी को बता रहा था, सरसा जी ने पहला इलेक्शन लड़ा तो उनका नॉमिनेशन पेपर भी फाइनल मुझसे ही होके गया था। और ये अनफॉर्चुनेटली ये एक गलती हुई 2014 में। सोचा था कि ये पार्टी आई है देश को बदलने के लिए। कांग्रेस की इतनी करप्शन थी उस टाइम जब अन्ना आंदोलन चला, तो उनके साथ जुड़े, उनके साथ लगे। और मगर अंदर जाने के बाद थोड़ी देर के बाद पता चला कि जहां तो हाथी के दांत खाने को कुछ और दिखाने को कुछ, ये हाल है। 2017 में जब मैं लीडर ऑफ अपोजिशन बना, तो जैसे चुग साहब ने कहा है कि मेरे पास बार काउंसिल ने कहा कि मिनिस्ट्री का ओहदा है, मैं प्रैक्टिस नहीं कर सकता। मैंने एक केस करने की परमिशन मांगी, वो कहते रूल अलाउ नहीं करते। तो मेरे पास यही था। जहां सज्जन कुमार का केस फाइनल हियरिंग पे आ गया था हाई कोर्ट में, तो मेरे पास जा था जहां मैं केस छोड़ूं, जहां मैं उधर मंत्री का उधर और वो छोड़ूं। तो क्योंकि वहां ये केस तो मेरे अलावा किसी और ने करना नहीं था, तो मैंने अपनी ड्यूटी समझ के कि शुरू से जो मुझे उस अकाल पुरख ने, परमात्मा ने मुझे ये मौका दिया ये करने का, तो मैंने ना कि सिर्फ लीडर ऑफ ऑपोजिशन छोड़ा, पॉलिटिक्स भी छोड़ के आके पूरा जोर लगा के यहां पे ये केस किए। और उस केस के रिजल्ट ये हुआ, सज्जन कुमार 8 साल हो गए जेल में है, लगातार जेल में है। ਫੁਲਕਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕਾਫੀ ਜ਼ਿਆਦਾ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਇਹ ਦੰਗੇ ਸਿਰਫ ਆਮ ਹਿੰਸਾ ਨਹੀਂ ਸਨ, ਸਗੋਂ ਇੱਕ ਯੋਜਨਾਬੱਧ ਨਰਸੰਹਾਰ ਸੀ। ਉਹਨਾਂ ਕਿਹਾ ਕਿ ਇਸ ਨੂੰ ਬਾਅਦ ਦੇ ਵਿੱਚ ਹਿੰਦੂ ਸਿੱਖ ਟਕਰਾਅ ਵਜੋਂ ਪੇਸ਼ ਕੀਤਾ ਗਿਆ ਸੀ, ਜਦਕਿ ਅਸਲ ਦੇ ਵਿੱਚ ਜਿਹੜਾ ਇਹ 1984 ਦੇ ਦੰਗੇ ਨੇ ਇਹ ਕਾਂਗਰਸ ਵਿਰੁੱਧ ਸਿੱਖ ਕੌਮ ਦਾ ਮਾਮਲਾ ਸੀ। ਉਹਨਾਂ ਆਪਣੇ ਰਾਜਨੀਤਿਕ ਸਫ਼ਰ ਬਾਰੇ ਦੱਸਿਆ ਕਿ ਉਹ ਕਾਫੀ ਸਮੇਂ ਤੱਕ ਭਾਜਪਾ ਦੀ ਲੀਗਲ ਟੀਮ ਦੇ ਨਾਲ ਜੁੜੇ ਰਹੇ ਅਤੇ ਬਿਨਾਂ ਕਿਸੇ ਫੀਸ ਤੇ ਕੰਮ ਕਰਦੇ ਰਹੇ। 2014 ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਅਤੇ ਚੋਣਾਂ ਵੀ ਲੜਿਆ, ਪਰ ਉਹਨਾਂ ਨੂੰ ਬਾਅਦ ਦੇ ਵਿੱਚ ਨਿਰਾਸ਼ਾ ਹੋਈ। 2017 ਦੇ ਵਿੱਚ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ। ਫੁਲਕਾ ਨੇ ਇਹ ਵੀ ਦੱਸਿਆ ਕਿ ਸੱਜਣ ਕੁਮਾਰ ਦੇ ਕੇਸ ਦੇ ਲਈ ਉਹਨਾਂ ਨੇ ਆਪਣੀ ਰਾਜਨੀਤਿਕ ਜਿਹੜੀ ਪੋਜੀਸ਼ਨ ਹੈ ਉਸ ਤੱਕ ਨੂੰ ਛੱਡ ਦਿੱਤੀ। ਉਹਨਾਂ ਕਿਹਾ ਕਿ ਇਹ ਕੇਸ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੀ ਅਤੇ ਇਸ ਨੂੰ ਅੰਤ ਤੱਕ ਲੈ ਜਾਣ ਲਈ ਉਹਨਾਂ ਨੇ ਸਿਆਸਤ ਤੋਂ ਦੂਰ ਰਹਿਣਾ ਚੁਣਿਆ। ਇਸ ਦੇ ਨਤੀਜੇ ਵਜੋਂ ਸੱਜਣ ਕੁਮਾਰ ਨੂੰ ਸਜ਼ਾ ਹੋਈ ਅਤੇ ਉਹ ਕਈ ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈ। ਉਹਨਾਂ ਪੰਜਾਬ ਦੇ ਭਵਿੱਖ ਬਾਰੇ ਵੀ ਚਿੰਤਾ ਜਤਾਈ। ਫੁਲਕਾ ਨੇ ਕਿਹਾ ਕਿ ਜੇ ਸਮੇਂ ਦੇ ਜਿਹੜੇ ਇਹ ਕਦਮ ਨਾ ਚੁੱਕੇ ਗਏ ਤਾਂ 2039 ਤੱਕ ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੋ ਸਕਦਾ ਹੈ ਅਤੇ ਜ਼ਮੀਨ ਬੰਜਰ ਹੋ ਸਕਦੀ ਹੈ। ਜ਼ਮੀਨ ਨੂੰ ਬਹੁਤ ਜ਼ਿਆਦਾ ਖਤਰਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹਨਾਂ ਮੁੱਦਿਆਂ ਤੇ ਗੰਭੀਰਤਾ ਦੇ ਨਾਲ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ। ਫੁਲਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ। ਉਹਨਾਂ ਦੱਸਿਆ ਕਿ ਲਾਲ ਕਿਲ੍ਹੇ ਦੇ ਵਿੱਚ ਹੋਏ ਇੱਕ ਸਮਾਗਮ ਦੌਰਾਨ ਉਹਨਾਂ ਨੂੰ ਪ੍ਰਧਾਨ ਮੰਤਰੀ ਨੇ ਜੋ ਹੈ ਪ੍ਰਧਾਨ ਮੰਤਰੀ ਦੇ ਨਾਲ ਬੈਠਣ ਦਾ ਮੌਕਾ ਵੀ ਮਿਲਿਆ ਸੀ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਫੁਲਕਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹਨਾਂ ਦਾ ਨਾਮ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਫੁਲਕਾ ਨੇ 1984 ਦੇ ਪੀੜਤਾਂ ਦੇ ਲਈ ਲੰਬੀ ਕਾਨੂੰਨੀ ਲੜਾਈ ਲੜੀ ਹੈ ਅਤੇ ਉਹ ਇਨਸਾਫ ਦੇ ਲਈ ਹਮੇਸ਼ਾ ਖੜੇ ਰਹੇ ਹਨ। ਜੇ ਅਸੀਂ ਫੁਲਕਾ ਦੇ ਜੀਵਨ ਤੇ ਨਜ਼ਰ ਮਾਰੀਏ ਤਾਂ ਇਹ ਇੱਕ ਕਾਮਯਾਬ ਵਕੀਲ ਹੋਣ ਦੇ ਨਾਲ ਇੱਕ ਸਮਾਜ ਸੇਵੀ ਵੀ ਰਹੇ ਹਨ। ਉਹਨਾਂ ਨੇ 1984 ਦੇ ਦੰਗਿਆਂ ਦੇ ਪੀੜਤਾਂ ਲਈ 35 ਸਾਲ ਤੋਂ ਵੱਧ ਸਮੇਂ ਤੱਕ ਜਿਹੜਾ ਬਿਨਾਂ ਕਿਸੇ ਫੀਸ ਤੇ ਲੜਾਈ ਲੜੀ ਹੈ। ਇਸ ਲਈ ਉਹਨਾਂ ਨੂੰ 2019 ਦੇ ਵਿੱਚ ਪਦਮ ਸ਼੍ਰੀ ਨਾਲ ਵੀ ਜਿਹੜਾ ਹੈ ਸਨਮਾਨਿਤ ਕੀਤਾ ਗਿਆ ਸੀ। ਜਨਮ 24 ਅਗਸਤ 1955 ਨੂੰ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਦੌੜ ਪਿੰਡ ਦੇ ਵਿੱਚ ਹੋਇਆ ਸੀ। ਉਹਨਾਂ ਨੇ ਆਪਣੀ ਪੜ੍ਹਾਈ ਵੀ ਪਿੰਡ ਦੇ ਵਿੱਚ ਹੀ ਕੀਤੀ ਹੈ। ਬਾਅਦ ਦੇ ਵਿੱਚ ਕਾਨੂੰਨ ਦੀ ਪੜ੍ਹਾਈ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵਕੀਲ ਵਜੋਂ ਆਪਣੀ ਪਛਾਣ ਬਣਾਈ। ਆਖਿਰ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਐਚ.ਐਸ. ਫੁਲਕਾ ਦਾ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੀ ਘਟਨਾ ਮੰਨੀ ਜਾ ਰਹੀ ਹੈ। ਇਸ ਦੇ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਨਜ਼ਰ ਆਉਣਗੇ ਇਹ ਦੇਖਣਾ ਬਾਕੀ ਹੈ। ਪਰ ਇਸ ਨਾਲ ਇੱਕ ਗੱਲ ਸਪਸ਼ਟ ਹੈ
ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਲਚਲ ਜਾਰੀ ਰਹੇਗੀ। ਤੁਹਾਡਾ ਇਸ ਦੇ ਬਾਰੇ ਕੀ ਕੁਝ ਕਹਿਣਾ ਹੋਵੇਗਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ। मेरी प्रॉपर्टी टिल पोजेशन तक बिकी नहीं, पर मैंने अपना हौसला नहीं छोड़ा कि नहीं कोई बात नहीं, बना के बेचेंगे, पोजेशन देके बेचेंगे, कोई दिक्कत नहीं है। उसने अपनी प्रॉपर्टी फर्स्ट डे बेच दी सारी, फर्स्ट डे। आप ये देखो 1 करोड़ की प्रॉपर्टी को 4 करोड़ में बेची है 4 टाइम में, बट अल्टीमेटली फिर भी उसको लॉस हुआ। वो कैसे? वो डिलीवरी नहीं दे पाएगा, कैसे दे पाएगा? 4 लाख रुपए वो डिवर्जन ऑफ फंड्स फिर कहीं ना कहीं लगाएगा, वाह वो प्रोजेक्ट चलेगा नहीं चलेगा पता नहीं क्या होगा डेफिनेटली। तो उसमें लोटी भी परेशान होगा। लोटी को जो 4 करोड़ का प्रोडक्ट लिया वो उसका 50 लाख का भी नहीं बिकेगा क्योंकि प्रोजेक्ट पूरा ही नहीं हुआ। ਡੇ ਟੂ ਡੇ ਨਿਊਜ਼ ਇੰਡੀਆ ਤੁਹਾਡੇ ਨਾਲ ਹਮੇਸ਼ਾ ਵਾਅਦਾ ਕਰਦਾ ਹੈ ਨਿਰਪੱਖਤਾ ਤੇ ਸਟੀਕਤਾ ਨਾਲ ਤੁਹਾਡੇ ਤੱਕ ਹਰ ਇੱਕ ਖਬਰ ਇਨਫੋਰਮੇਸ਼ਨ ਤੇ ਅਪਡੇਟ ਇਸੇ ਤਰੀਕੇ ਦੇ ਨਾਲ ਪਹੁੰਚਾਉਂਦਾ ਰਹੇਗਾ। ਸਾਡੇ ਚੈਨਲ ਦਾ ਕੋਈ ਵੀ ਪੱਤਰਕਾਰ ਨਾ ਕਿਸੇ ਤੋਂ ਕੋਈ ਤੋਹਫਾ ਲਵੇਗਾ ਨਾ ਇਸ਼ਤਿਹਾਰ ਨਾ ਹੀ ਕਰੇਗਾ ਕਿਸੇ ਨੂੰ ਬਲੈਕਮੇਲ। ਤੇ ਅਸੀਂ ਹਮੇਸ਼ਾ ਕੋਸ਼ਿਸ਼ ਕਰਾਂਗੇ ਕਿ ਅਸੀਂ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣੀਏ ਤੇ ਜੋ ਕਿਸੇ ਵੀ ਵਿਅਕਤੀ ਦੀ ਖਬਰ ਨਾ ਚਲਾਈਏ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਹੋਵੇ, ਉਹਨਾਂ ਨੂੰ ਪਰੇਸ਼ਾਨ ਕਰਦਾ ਹੋਵੇ। ਇਸ ਦੇ ਨਾਲ ਸਾਡੇ ਚੈਨਲ ਦਾ ਮਕਸਦ ਹੋਵੇਗਾ ਲੋਕਤੰਤਰ ਦੇ ਚੌਥੇ ਤਮਨੇ ਲੋਕਾਂ ਦੇ ਨਜ਼ਰ ਦੇ ਸਾਹਮਣੇ ਮੁੜ ਤੋਂ ਮਜ਼ਬੂਤ ਕਰਨਾ। ਮੈਨੂੰ ਦੇ ਇਜਾਜ਼ਤ ਹੈ, ਸਾਨੂੰ ਹਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ।